ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਸਾਧ ਸੰਗਤ ਜੀ ਆਪ ਜੀ ਦਾ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇਸ ਪ੍ਰੋਗਰਾਮ ਵਿੱਚ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਅਸੀਂ ਮਿਲ ਕੇ ਕਰਦੇ ਹਾਂ ਗੁਰੂ ਸਾਹਿਬਾਨ ਦੇ ਜੀਵਨ ਤੇ ਵਿਚਾਰਾਂ ਅਤੇ ਗੁਰੂ ਸਾਹਿਬ ਜੀ ਤੋਂ ਮਿਲਦੀਆਂ ਸਿੱਖਿਆਵਾਂ ਨੂੰ ਕਿਵੇਂ ਜੀਵਨ 'ਚ ਧਾਰਨ ਕਰਨਾ ਹੈ, ਇਹ ਸਾਰੀਆਂ ਅਸੀਂ ਪ੍ਰੇਰਨਾਵਾਂ ਲੈਂਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਵੀਰ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਪਹਿਲੇ ਵੀ ਗੁਰੂ ਸਾਹਿਬਾਨ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਪਾਈ ਹੈ ਅਤੇ ਕਾਫੀ ਸਾਡੇ ਐਪੀਸੋਡ ਹੈ ਜਿਹੜੇ ਉਹ ਸਿੱਖ ਇਤਿਹਾਸ ਦੇ ਆਪ ਜੀ ਨੇ ਸਰਵਣ ਕੀਤੇ ਹਨ, ਪਿਆਰ ਬਖਸ਼ਿਆ ਹੈ। ਸਿੱਖ ਇਤਿਹਾਸ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਕੁੰਵਰ ਜਪਿੰਦਰ ਸਿੰਘ ਜੀ, ਸੀਨੀਅਰ BJP ਲੀਡਰ ਦੇਹਰਾਦੂਨ ਉੱਤਰਾਖੰਡ, ਅਤੇ ਸਰਦਾਰ ਕਿਰਪਾਲ ਸਿੰਘ ਜੀ, ਅਮਨਕਾਰ ਬਿਊਟੀ ਹਰਿਦੁਆਰ ਰੋਡ ਰਿਸ਼ੀਕੇਸ਼ ਨੇ। ਅਤੇ ਆਪ ਜੀ ਨੇ ਇਹ ਪ੍ਰੋਗਰਾਮ ਪੂਰਾ ਸੁਣਨਾ ਹੈ। ਇਸ ਦੇ ਅਖੀਰ ਵਿੱਚ ਇੱਕ ਸਵਾਲ ਵੀ ਪੁੱਛਿਆ ਜਾਏਗਾ, ਜਿਸ ਦਾ ਸਭ ਤੋਂ ਪਹਿਲਾਂ ਠੀਕ ਜਵਾਬ ਦੇਣ ਵਾਲਾ ਦਰਸ਼ਕ ਹੋਵੇਗਾ ਇਸ ਪ੍ਰੋਗਰਾਮ ਦਾ ਵਿਜੇਤਾ, ਅਤੇ ਉਸ ਨੂੰ ਦਿੱਤਾ ਜਾਏਗਾ ਸਾਡੇ ਸਪਾਂਸਰਸ ਵੱਲੋਂ ਆਕਰਸ਼ਕ ਇਨਾਮ। ਅਤੇ ਆਓ ਹੁਣ ਕਰਦੇ ਹਾਂ ਆਪਾਂ ਅੱਜ ਦੇ ਇਤਿਹਾਸ ਦੀ ਵਿਚਾਰ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜੁਗੋ ਜੁਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਅਤੇ ਕਿਰਪਾ ਹੋਈ ਹੈ। ਅੱਜ ਫਿਰ ਦੁਬਾਰਾ ਆਪ ਸਭ ਦਰਸ਼ਕਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਅਤੇ ਗੁਰੂ ਸਾਹਿਬਾਂ ਦੀ ਬਖਸ਼ਿਸ਼ ਨਾਲ ਆਓ ਅੱਜ ਚੌਥੇ ਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ 'ਤੇ ਵਿਚਾਰਾਂ ਕਰਦੇ ਹਾਂ। ਉਹਨਾਂ ਦੇ ਜੀਵਨ ਤੋਂ ਮਿਲਦੀਆਂ ਸਿੱਖਿਆਵਾਂ, ਉਪਦੇਸ਼ ਅਤੇ ਉਹਨਾਂ ਦੁਆਰਾ ਰਚੀ ਗਈ ਗੁਰਬਾਣੀ ਜੋ ਹੈ ਉਸ ਤੋਂ ਰਹਿਨੁਮਾਈ ਲੈ ਕੇ ਆਪਣੇ ਜੀਵਨ ਨੂੰ ਸੇਧ ਦਿੰਦੇ ਹਾਂ ਅਤੇ ਗੁਰੂ ਸਾਹਿਬਾਂ ਦੇ ਜੀਵਨ 'ਤੇ ਆਓ ਰਲ ਕੇ ਵਿਚਾਰਾਂ ਦੀ ਸਾਂਝ ਪਾਈਏ ਜੀ। ਸਾਧ ਸੰਗਤ ਜੀ, ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਵਿਚਾਰ ਕੀਤੀ ਸੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਉਹਨਾਂ ਦੇ ਗੁਰਗੱਦੀ ਤੱਕ ਬੈਠਣ ਦੀ, ਅਤੇ ਅੱਜ ਅਸੀਂ ਗੁਰਗੱਦੀ ਤੋਂ ਲੈ ਕੇ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੱਕ ਦੇ ਸਫ਼ਰ 'ਤੇ ਵਿਚਾਰਾਂ ਦੀ ਸਾਂਝ ਪਾਉਣੀ ਹੈ। ਅਤੇ ਵੀਰ ਜੀ, ਹੁਣ ਆਪਾਂ ਆਈਏ ਵਿਚਾਰਾਂ ਵੱਲੇ। ਸਭ ਤੋਂ ਪਹਿਲੇ ਤਾਂ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਛੋਟੇ ਜਿਹੇ ਜਿਹੜਾ ਹੈ ਉਹ ਪਰਿਵਾਰ ਦੇ ਵਿੱਚੋਂ ਅੱਤ ਦੀ ਗਰੀਬੀ 'ਚੋਂ ਨਿਕਲ ਕੇ ਔਰ ਇਹ ਸਫ਼ਰ ਤੈਅ ਕੀਤਾ ਕਿ ਉਹ ਗੁਰਗੱਦੀ 'ਤੇ ਪਹੁੰਚ ਗਏ ਜੀ। ਜੋ ਆਪਾਂ ਵਿਚਾਰ ਕਿਵੇਂ ਗੁਰਗੱਦੀ ਮਿਲੀ ਉਹਨਾਂ ਸਾਰੇ ਵਿਸ਼ਿਆਂ 'ਤੇ ਹੋ ਚੁੱਕੀ ਹੈ। ਅਤੇ ਹੁਣ ਸਾਡਾ ਜੋ ਅਗਲੀ ਵਿਚਾਰ ਹੈ ਅੱਜ ਦੀ, ਉਹ ਇਹ ਹੈ ਕਿ ਸਤਿਗੁਰਾਂ ਨੇ ਗੁਰਗੱਦੀ 'ਤੇ ਬੈਠ ਕੇ ਇਹ ਜ਼ਿੰਮੇਵਾਰੀਆਂ ਕਿਵੇਂ ਨਿਭਾਈਆਂ, ਕਿਹੜੇ ਕਿਹੜੇ ਉਹਨਾਂ ਨੇ ਕਾਰਜ ਕੀਤੇ, ਕਿਹੜੇ ਸਰੋਵਰ, ਕਿਹੜੇ ਸ਼ਹਿਰ ਵਸਾਏ, ਉਹ ਸਾਰੀ ਗੱਲ ਸੰਗਤਾਂ ਨਾਲ ਸਾਂਝੀ ਕਰੋ। ਬਿਲਕੁਲ ਜੀ, ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਅਸੀਂ ਦੁਬਾਰਾ ਜੁੜੇ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਸੋਢੀ ਸੁਲਤਾਨ ਕਿਹਾ ਜਾਂਦਾ ਹੈ, ਇਹਨਾਂ ਦੀ ਗੁਰਗੱਦੀ ਦਾ ਜੋ ਸਮਾਂ ਇਤਿਹਾਸ ਵਿੱਚ ਪੜ੍ਹਨ 'ਚ ਮਿਲਦਾ ਹੈ ਉਹ ਹੈ ਸੰਨ 1574 ਈਸਵੀ ਵਿੱਚ ਜੀ। ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਇਹਨਾਂ ਨੂੰ ਗੁਰਗੱਦੀ ਬਖਸ਼ੀ ਅਤੇ ਦੀਵਾਨ ਸਜਾਇਆ, ਖਾਸ ਤੌਰ 'ਤੇ ਇੱਕ ਦੀਵਾਨ ਸਜਾਇਆ ਗਿਆ। ਦੀਵਾਨ ਦੇ ਵਿੱਚ ਪੂਰੇ ਪਰਿਵਾਰ ਸੰਗਤ ਦੇ ਸਾਹਮਣੇ ਗੁਰਗੱਦੀ ਗੁਰੂ ਰਾਮਦਾਸ ਜੀ ਨੂੰ ਜਦੋਂ ਦਿੱਤੀ, ਉਸ ਸਮੇਂ ਦਾ ਵਾਕਿਆ ਜ਼ਰੂਰ ਦਰਸ਼ਕਾਂ ਦੇ ਸਾਹਮਣੇ ਮੈਂ ਰੱਖਾਂਗਾ, ਕਿਉਂਕਿ ਗੁਰੂ ਰਾਮਦਾਸ ਜੀ ਨੂੰ ਜਦੋਂ ਗੁਰਗੱਦੀ ਦਿੱਤੀ ਹੈ ਅਤੇ ਗੁਰੂ ਰਾਮਦਾਸ ਜੀ ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਜਿਹੜੇ ਸ਼ਬਦ ਬੋਲੇ ਗੁਰੂ ਅਮਰਦਾਸ ਜੀ ਨੂੰ ਔਰ ਸੰਗਤ ਨੂੰ, ਉਹ ਇਹ ਸਨ। ਗੁਰੂ ਰਾਮਦਾਸ ਜੀ ਨੇ ਕਿਹਾ ਕਿ ਹੇ ਮੇਰੇ ਮਾਲਕ, ਹੇ ਮੇਰੇ ਪਿਤਾ, ਹੇ ਮੇਰੇ ਗੁਰੂ ਪਿਤਾ, ਤੁਸੀਂ ਮੇਰੇ 'ਤੇ ਰਹਿਮਤ ਬਖਸ਼ਿਸ਼ ਕੀਤੀ, ਕਿਉਂਕਿ ਮੈਂ ਕੱਖਾਂ ਵਾਂਗੂ ਲਾਹੌਰ ਦੀਆਂ ਗਲੀਆਂ 'ਚ ਰੁਲਦਾ ਸੀ, ਇੱਕ ਯਤੀਮ ਬੱਚਾ ਸੀ, ਔਰ ਤੁਸੀਂ ਮੇਰੀ ਬਾਂਹ ਪਕੜ ਕੇ ਇੱਕ ਕੀੜੇ ਵਰਗੇ ਇਨਸਾਨ ਨੂੰ ਪਾਤਸ਼ਾਹ ਬਣਾ ਦਿੱਤਾ ਜੀ। ਗੁਰਬਾਣੀ 'ਚ ਗੁਰੂ ਸਾਹਿਬਾਂ ਨੇ ਲਿਖਿਆ ਹੈ, ਗੁਰੂ ਰਾਮਦਾਸ ਜੀ ਨੇ, ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਸਤਿਗੁਰ ਸੰਗ ਕੀੜੇ ਹਮ ਥਾਪੇ। ਅਤੇ ਹੁਣ ਕੀੜਿਆਂ ਤੋਂ ਗੁਰੂ ਅਮਰਦਾਸ ਜੀ ਤੁਸੀਂ ਕਿਰਪਾ ਅਤੇ ਰਹਿਮਤ ਬਖਸ਼ਿਸ਼ ਕਰਕੇ ਮੈਨੂੰ ਪਾਤਸ਼ਾਹ ਬਣਾ ਦਿੱਤਾ ਹੈ। ਗੁਰਬਾਣੀ 'ਚ ਲਿਖਿਆ ਹੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਸੋ ਇਹ ਜੋ ਸਭ ਬਖਸ਼ਿਸ਼ਾਂ ਹੋਈਆਂ, ਰਹਿਮਤਾਂ ਹੋਈਆਂ, ਇਹ ਗੁਰੂ ਅਮਰਦਾਸ ਜੀ ਦੇ ਦਰ ਦੇ ਉੱਤੇ ਗੁਰੂ ਰਾਮਦਾਸ ਜੀ ਨੇ ਸੇਵਾਵਾਂ ਅਤੇ ਘਾਲਣਾ ਘਾਲ ਕੇ ਕੀਤੀਆਂ। ਸਖਤ ਘਾਲਣਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ ਘਾਲੀਆਂ, ਹੱਥੀਂ ਸੇਵਾਵਾਂ ਕੀਤੀਆਂ, ਰਜਾ 'ਚ ਹੁਕਮ 'ਚ ਰਹਿ ਕੇ ਸਿੱਖੀ ਦੇ ਆਸ਼ੇ ਨੂੰ ਸਮਝਿਆ ਅਤੇ ਗੁਰਸਿੱਖੀ ਨੂੰ ਆਪਣੇ ਵਿੱਚ ਢਾਲਿਆ, ਅਤੇ ਫਿਰ ਗੁਰਗੱਦੀ ਪ੍ਰਾਪਤ ਹੋਈ।
ਹੁਣ ਮੈਂ ਆਪ ਸਭ ਨਾਲ ਗੱਲ ਕਰਨਾ ਚਾਹੁੰਦਾ ਹਾਂ ਕਿ ਗੁਰਗੱਦੀ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਜੋ ਖਾਸ ਤੌਰ 'ਤੇ ਕੰਮ ਕੀਤਾ, ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸੰਤੋਖਸਰ ਸਰੋਵਰ ਦੀ ਖੁਦਵਾਈ ਬਾਬਾ ਬੁੱਢਾ ਜੀ ਦੇ ਨਾਲ ਮਿਲ ਕੇ ਕਰਵਾਈ ਜੀ। ਔਰ ਉੱਥੇ ਇੱਕ ਟਾਹਲੀ ਲਗਾਈ। ਉਸ ਟਾਹਲੀ ਦੇ ਨੇੜੇ ਬੈਠ ਕੇ ਗੁਰੂ ਸਾਹਿਬ ਸੇਵਾ ਕਰਵਾਉਂਦੇ ਹਨ, ਬਾਬਾ ਬੁੱਢਾ ਜੀ ਵੀ ਸੇਵਾ ਕਰਵਾਉਂਦੇ ਹਨ, ਅਤੇ ਉੱਥੇ ਸਰੋਵਰ ਦੀ ਖੁਦਵਾਈ ਕਰਾਈ। ਦੂਸਰਾ ਕੰਮ ਜਿਹੜਾ ਸੀ ਉਹ ਗੁਰਗੱਦੀ ਤੋਂ ਬਾਅਦ ਗੁਰੂ ਸਾਹਿਬਾਂ ਨੇ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਸੀ ਉਸ ਨੂੰ ਵਸਾਇਆ, ਅਤੇ ਅੰਮ੍ਰਿਤਸਰ ਸ਼ਹਿਰ ਨੂੰ ਵਸਾ ਕੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾਇਆ ਜੀ। ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਸ਼ਹਿਰ ਵਸਾਇਆ ਸੀ ਉੱਥੇ ਵਸੋਂ ਨਹੀਂ ਸੀ। ਗੁਰੂ ਸਾਹਿਬਾਂ ਨੇ 52 ਜਾਤਾਂ ਦੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਬੁਲਵਾ ਕੇ ਉੱਥੇ ਵਸੋਂ ਆਰੰਭ ਕਰਵਾਈ, ਅਤੇ ਸਭ ਤੋਂ ਪਹਿਲਾ ਨਾਮ ਉਸ ਜਗ੍ਹਾ ਦਾ ਨਾਮ ਗੁਰੂ ਕਾ ਚੱਕ ਸੀ ਜੀ। ਔਰ ਉਸ ਤੋਂ ਬਾਅਦ ਚੱਕ ਰਾਮਦਾਸਪੁਰ ਪਿਆ, ਫਿਰ ਅੰਮ੍ਰਿਤਸਰ ਸ਼ਹਿਰ, ਜੋ ਕਿ ਅੱਜ ਅਸੀਂ ਸੁਣਦੇ ਹਾਂ। ਅਤੇ ਇਸ ਸ਼ਹਿਰ ਦੇ ਬਾਅਦ ਗੁਰੂ ਸਾਹਿਬਾਂ ਨੇ ਦੁੱਖ ਭੰਜਨੀ ਬੇਰੀ ਦੇ ਪਾਸ 1577 ਈਸਵੀ ਨੂੰ ਇੱਕ ਅੰਮ੍ਰਿਤ ਸਰੋਵਰ ਦਾ, ਜਿਹਨੂੰ ਤਾਲ ਕਹਿ ਦਿੰਦੇ ਹਾਂ, ਸਰੋਵਰ ਦੀ ਖੁਦਵਾਈ ਕਰਾਈ। ਔਰ ਉੱਥੇ ਸਰੋਵਰ ਦੀ ਖੁਦਵਾਈ ਕਰਾਉਂਦੇ ਹਨ ਗੁਰੂ ਸਾਹਿਬ ਖੁਦ ਵੀ ਸੇਵਾ ਕਰਦੇ ਹਨ ਬਾਬਾ ਬੁੱਢਾ ਜੀ ਦੇ ਨਾਲ ਮਿਲ ਕੇ। ਅਤੇ ਇਸ ਤੋਂ ਅਗਲਾ ਕੰਮ ਜਿਹੜਾ ਖਾਸ ਇਹ ਗੁਰੂ ਰਾਮਦਾਸ ਜੀ ਨੇ ਕੀਤਾ ਕਿ ਜੋ ਗੁਰੂ ਅਮਰਦਾਸ ਜੀ ਨੇ ਮਸੰਦ ਪ੍ਰਥਾ ਚਲਾਈ ਸੀ, ਉਸ ਮਸੰਦ ਪ੍ਰਥਾ ਨੂੰ ਹੋਰ ਪੱਕਿਆਂ ਕੀਤਾ। ਗੁਰੂ ਸਾਹਿਬਾਂ ਨੇ ਨਵੇਂ ਗੁਰਸਿੱਖਾਂ ਨੂੰ ਆਪਣੇ ਕੋਲ ਲਿਆਂਦਾ। ਉਹਨਾਂ ਦੀ ਡਿਊਟੀ ਇਹ ਲਗਾਈ ਕਿ ਜੋ ਵੀ ਧਨ ਪ੍ਰਾਪਤੀ ਹੁੰਦੀ ਹੈ, ਜੋ ਵੀ ਰਸਦਾਂ ਮਿਲਦੀਆਂ ਹਨ, ਅਤੇ ਉਹ ਸੰਤੋਖਸਰ ਸਰੋਵਰ ਦੀ, ਕਿਉਂਕਿ ਖੁਦਵਾਈ ਹੋ ਰਹੀ ਸੀ, ਅੰਮ੍ਰਿਤਸਰ ਸਰੋਵਰ ਬਣ ਰਿਹਾ ਸੀ, ਉਸ ਦੇ ਸਰੋਵਰਾਂ ਦੇ ਵਿੱਚ ਜੋ ਵੀ ਧਨ ਦੌਲਤ ਚਾਹੀਦੀ ਸੀ ਉਹ ਮਸੰਦਾਂ ਦੇ ਰਾਹੀਂ ਆਉਂਦੀ ਸੀ। ਸੋ ਮਸੰਦਾ ਪ੍ਰਥਾ ਨੂੰ ਵੀ ਪੱਕਿਆਂ ਕੀਤਾ, ਅਤੇ ਗੁਰੂ ਸਾਹਿਬਾਂ ਨੇ ਪ੍ਰਚਾਰ ਅਤੇ ਪ੍ਰਸਾਰ ਦਾ 'ਤੇ ਵੀ ਧਿਆਨ ਦਿੱਤਾ ਜੀ। ਇੱਥੇ ਆਪ ਜੀ ਨੇ ਇੱਕ ਗੱਲ ਬੜੀ ਵਧੀਆ ਕੀਤੀ ਹੈ, ਉਸ 'ਤੇ ਦਰਸ਼ਕੋ ਮੈਂ ਚਾਹੁੰਦਾ ਹਾਂ ਕਿ ਆਪਾਂ ਥੋੜ੍ਹੀ ਜਿਹੀ ਚਰਚਾ ਕਰ ਲਈਏ ਜੀ। ਵੀਰ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਹੁਣੇ ਦੱਸਿਆ ਕਿ ਜਦੋਂ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ ਗਿਆ ਤਾਂ ਇਸ ਸ਼ਹਿਰ 'ਚ ਗੁਰੂ ਸਾਹਿਬ ਜੀ ਨੇ 52 ਅਲੱਗ-ਅਲੱਗ ਕਿੱਤੇ ਕਰਨ ਵਾਲੇ ਲੋਕਾਂ ਨੂੰ ਲਿਆ ਕੇ ਵਸਾਇਆ ਸੀ ਜੀ, ਜਿਸ ਕਾਰਨ ਜੋ ਅੰਮ੍ਰਿਤਸਰ ਸ਼ਹਿਰ ਸੀ ਇਹ ਬਿਜ਼ਨਸ ਦੀ ਮਤਲਬ ਕਿ ਹੱਬ ਬਣ ਗਿਆ ਸੀ। ਔਰ ਜੇ ਇਤਿਹਾਸ ਪੜ੍ਹੀਏ ਤਾਂ ਉਹਦੇ 'ਚ ਉਹ ਪਤਾ ਚੱਲਦਾ ਹੈ ਕਿ ਉਸ ਵੇਲੇ ਅੰਮ੍ਰਿਤਸਰ ਦਾ ਜੋ ਵਪਾਰ ਸੀ ਉਹ ਕਾਬਲ ਤੇ ਕੰਧਾਰ ਨਾਲ ਚੱਲਦਾ ਸੀ। ਬਿਲਕੁਲ ਜੀ। ਘੋੜਿਆਂ ਦੀ ਇੱਥੋਂ ਤਾਈਂ ਘੋੜਿਆਂ ਦੇ ਵਪਾਰੀ ਨੂੰ ਉਸ ਵੇਲੇ ਵੱਡਾ ਸਭ ਤੋਂ ਵਪਾਰੀ ਮੰਨਿਆ ਜਾਂਦਾ ਸੀ, ਕਿਉਂਕਿ ਘੋੜੇ ਮਨੁੱਖ ਦੀ ਸਭ ਤੋਂ ਵੱਡੀ ਜ਼ਰੂਰਤ ਸੀ। ਉਹ ਵੀ ਕੀਤਾ ਔਰ ਸਭ ਤਰ੍ਹਾਂ ਦਾ। ਇਹਦੇ ਤੋਂ ਆਪਾਂ ਥੋੜ੍ਹਾ ਜਿਹਾ ਇਤਿਹਾਸ 'ਚੋਂ ਬਾਹਰ ਨਿਕਲ ਕੇ ਗੁਰੂ ਸਾਹਿਬਾਂ ਦੇ ਇਸ ਪੱਖ ਵੱਲ ਆਈਏ ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਗੁਰੂ ਸਾਹਿਬ ਸਿੱਖਾਂ ਨੂੰ ਬਹੁਤ ਜ਼ਿਆਦਾ ਕੀ ਧਨੀ ਤੇ ਨਹੀਂ ਵੇਖਣਾ ਚਾਹੁੰਦੇ ਕਿ ਮੇਰੇ ਸਿੱਖ ਗਰੀਬ ਨਾ ਰਹਿਣ, ਅਮੀਰ ਹੋਣ? ਸਿੱਖ ਧਰਮ 'ਚ ਕਿਰਤ ਦੀ ਮਹਾਨਤਾ ਨੂੰ ਇਹਦੇ 'ਚ ਕਿਵੇਂ ਦੇਖਦੇ ਹੋ ਕਿ ਵਪਾਰ ਦਾ ਇਹ ਕੰਮ? ਜਿਹੜੀ ਇਹ ਕਿਰਤ ਦੀ ਮਹਾਨਤਾ ਸੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਚਲਾਈ ਸੀ, ਉਸ ਕਿਰਤ ਦੀ ਮਹਾਨਤਾ ਨੂੰ ਦੇਖਦਿਆਂ ਹੀ ਗੁਰੂ ਰਾਮਦਾਸ ਜੀ ਨੇ ਇਸ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਦੋਂ ਨਗਰ ਦਾ ਨੀਂਹ ਪੱਥਰ ਰੱਖਿਆ, ਨਗਰ ਨੂੰ ਵਸਾਇਆ, ਤਾਂ 52 ਤਰ੍ਹਾਂ ਦੇ ਜਾਤਾਂ ਦੇ ਲੋਕਾਂ ਨੂੰ ਬੁਲਾ ਕੇ ਇੱਥੇ ਵਸਾਇਆ, ਕਿਉਂਕਿ ਗੁਰੂ ਸਾਹਿਬ ਚਾਹੁੰਦੇ ਸਨ ਕਿ ਮੇਰਾ ਸਿੱਖ ਪਾਤਸ਼ਾਹ ਹੋਵੇ, ਕਿਸੇ ਦੇ ਅੱਗੇ ਹੱਥ ਨਾ ਅੱਡੇ, ਉਹ ਹਮੇਸ਼ਾ ਵੰਡੇ ਔਰ ਵੰਡਦਾ ਹੀ ਰਵੇ, ਕਿਉਂਕਿ ਇਹ ਬਖਸ਼ਿਸ਼ ਗੁਰੂਆਂ ਤੋਂ ਪ੍ਰਾਪਤ ਹੋਈ ਹੈ। ਅਤੇ ਅੱਜ ਵੀ ਤੁਸੀਂ ਦੇਖਦੇ ਹੋਵੋਗੇ, ਜੇ ਕਰੋਨਾ ਦਾ ਕਾਲ ਸਮਾਂ ਚੱਲ ਰਿਹਾ ਹੈ, ਅਨੇਕਾਂ ਗੁਰਦੁਆਰੇ, ਅਨੇਕਾਂ ਸੰਸਥਾਵਾਂ ਸਿੱਖ ਧਰਮ ਵੱਲੋਂ ਜੋ ਅੱਜ ਤਰ੍ਹਾਂ ਦੇ ਲੰਗਰ, ਤਰ੍ਹਾਂ ਦੇ ਦਵਾਈਆਂ ਦਾ ਲੰਗਰ, ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਕਰ ਰਿਹਾ ਹੈ, ਇਹ ਸਾਰੀ ਤੇ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਔਰ ਆਪਣੇ ਜਿੰਨੇ ਸਿੱਖ 10 ਗੁਰੂ ਸਾਹਿਬਾਨ ਸਿੱਖਾਂ ਦੇ ਗੁਰੂ ਹੋਏ ਹਨ ਉਹਨਾਂ ਦੀ ਬਖਸ਼ਿਸ਼ ਦੇ ਬਦੌਲਤ ਹੀ ਕਰ ਰਿਹਾ ਹੈ। ਅਤੇ ਗੁਰੂ ਸਾਹਿਬਾਂ ਨੇ ਪਾਤਸ਼ਾਹ ਬਣਾਇਆ ਹੈ ਸਿੱਖਾਂ ਨੂੰ, ਔਰ ਅਸੀਂ ਵਾਕਈ ਹੀ ਗੁਰੂ ਸਾਹਿਬਾਂ ਦੀ ਬਖਸ਼ਿਸ਼ ਸਦਕਾ ਬਾਦਸ਼ਾਹ ਹਾਂ, ਔਰ ਇਸ ਬਾਦਸ਼ਾਹੀ ਨੂੰ ਸਾਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬਾਂ ਦੀ ਗੁਰਬਾਣੀ ਤੋਂ, ਉਹਨਾਂ ਦੇ ਜੀਵਨ ਤੋਂ ਸਿੱਖਿਆਵਾਂ ਲੈ ਕੇ ਰਹਿਨੁਮਾਈ ਕਰਦੇ ਹੋਏ ਗੁਰੂ ਸਾਹਿਬਾਂ ਦੀ ਗੁਰਬਾਣੀ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਅਤੇ ਹੋਰ ਚੜ੍ਹਦੀ ਕਲਾ ਪ੍ਰਾਪਤ ਕਰਨੀ ਚਾਹੀਦੀ ਹੈ।
ਵਾਕਈ ਸਤਸੰਗਤ ਜੀ, ਇਹਦੇ ਵਿੱਚ ਇੱਕ ਹੋਰ ਵੀ ਗੱਲ ਵੇਖਣ ਵਾਲੀ ਆਈ ਹੈ। ਮੰਨ ਲਓ ਜੇ ਮੇਰੇ ਕੋਲ 100 ਰੁਪਈਆ ਹੈ ਤੇ ਮੈਂ 100 ਰੁਪਈਏ 'ਚੋਂ ਮੁਸ਼ਕਲ ਦੇ ਨਾਲ 25 ਰੁਪਏ ਧਰਮ ਅਰਥ ਦਾਨ ਦੇ ਸਕਾਂਗਾ। ਧਰਮ ਦੀ ਖਾਤਰ ਮੈਂ 25 ਰੁਪਏ ਵੀ ਬੜੀ ਮੁਸ਼ਕਲ ਨਾਲ 100 'ਚੋਂ ਦੇ ਪਾਵਾਂਗਾ। ਪਰ ਜੇ ਮੇਰੇ ਕੋਲ ਲੱਖ ਰੁਪਈਆ ਹੈਗਾ ਤੇ ਮੈਂ 25,000 ਵੀ ਦਾਨ ਦੇ ਸਕਦਾ ਹਾਂ। ਕਿਸੇ ਹੋਰ ਦੀ ਮਦਦ ਤੁਸੀਂ ਤਾਂ ਹੀ ਕਰ ਸਕਦੇ ਹੋ ਜੇਕਰ ਤੁਹਾਡੇ ਆਪਣੇ ਕੋਲ ਕੁਝ ਹੋਏ। ਜੇ ਆਪਣੇ ਪੱਲੇ ਹੀ ਕੁਝ ਨਹੀਂ, ਭੁੱਖ ਨੰਗ ਤੇ ਕੰਗਾਲੀ ਵੱਸ ਰਹੀ ਹੈ, ਤੇ ਅਸੀਂ ਦੂਸਰੇ ਦੀ ਸਹਾਇਤਾ ਤਾਂ ਕੀ ਕਰਨੀ ਹੈ। ਹੋ ਸਕਦਾ ਹੈ ਸਾਡੇ ਆਪਣੇ ਮਾਤਾ ਪਿਤਾ, ਸਾਡੇ ਬੱਚੇ ਜਾਂ ਸਾਡੀ ਪਤਨੀ ਜਾਂ ਭੈਣ ਭਰਾ ਜਿਹੜੇ ਉਹ ਇਲਾਜ ਤੋਂ ਵੀ ਰਹਿ ਜਾਣ ਕਿਤੇ ਵੱਡੀ ਬਿਮਾਰੀ ਆਉਣ 'ਤੇ। ਇਸ ਲਈ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੋਂ, ਉਹਨਾਂ ਦੇ ਇਸ ਫਲਸਫੇ ਤੋਂ ਇੱਕ ਪ੍ਰੇਰਨਾ ਲੈਣੀ ਚਾਹੀਦੀ ਹੈ। ਔਰ ਮੈਂ ਬੜਾ ਕਲੀਅਰਲੀ ਸਾਰੀ ਸੰਗਤ ਨੂੰ ਕਹਿ ਰਿਹਾ, ਵੱਧ ਤੋਂ ਵੱਧ ਪੈਸਾ ਕਮਾਉਣਾ ਇਹ ਗੁਰਮਤਿ ਦਾ ਅਸੂਲ ਹੈ। ਇਸ ਲਈ ਪੈਸਾ ਕਮਾਉਣ ਤੋਂ ਕਦੇ ਨਾ ਝਿਜਕੋ। ਜਿੰਨਾ ਪੈਸਾ ਕਮਾ ਸਕਦੇ ਹੋ ਓਨਾ ਹੀ ਕਮਾਓ। ਇਹ ਗੱਲ ਤੁਹਾਨੂੰ ਕੋਈ ਸ਼ਾਇਦ ਹੋਰ ਧਰਮ ਪ੍ਰਚਾਰਕ ਨਾ ਕਹੇ, ਪਰ ਗੁਰਮਤਿ ਦਾ ਫਲਸਫਾ ਇਹ ਗੱਲ ਕਹਿੰਦਾ, ਤੇ ਅਸੀਂ ਗੁਰਮਤਿ ਦੇ ਫਲਸਫੇ 'ਤੇ ਚੱਲਦੇ ਹਾਂ। ਜੇ ਤੁਸੀਂ ਮਾਨਵਤਾ ਦਾ ਭਲਾ ਕਰਨਾ ਹੈ, ਆਪਣੇ ਪਰਿਵਾਰ ਦਾ ਭਲਾ ਕਰਨਾ ਹੈ, ਪੈਸੇ ਦੇ ਨਾਲ ਸਾਰਾ ਕੁਝ ਨਹੀਂ ਹੋ ਸਕਦਾ, ਪਰ ਪੈਸਾ ਨਾ ਹੋਵੇ ਤੇ ਕੁਝ ਵੀ ਨਹੀਂ ਹੋ ਸਕਦਾ। ਇਸ ਚੀਜ਼ ਵੱਲ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਚਲੋ ਅਸੀਂ ਅਗਲੇ ਆਉਣੇ ਆ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਸਾਡਾ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਕਿਹੜੀ ਕਿਹੜੀ ਬਾਣੀ ਰਚੀ, ਕਿੰਨੀ ਉਹਨਾਂ ਦੀ ਬਾਣੀ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਹ ਸਾਰੀ ਦਾ ਵੇਰਵਾ ਸਾਨੂੰ। ਹਾਂਜੀ ਸਾਹਿਬ, ਸ਼੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਅਧਿਆਤਮਕ ਗੁਰੂ ਤੇ ਸਹੀ, ਪਰ ਨਾਲ ਨਾਲ ਉੱਚ ਕੋਟੀ ਦੇ ਬਾਣੀਕਾਰ ਵੀ ਸਨ ਜੀ। ਕਿਉਂਕਿ ਗੁਰੂ ਰਾਮਦਾਸ ਜੀ ਨੇ ਬਹੁਤ ਸਾਰੀ ਗੁਰਬਾਣੀ ਰਚੀ ਹੈ, ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਇਹ ਬਾਣੀ ਸਲੋਕਾਂ, ਸ਼ਬਦਾਂ, ਅਸ਼ਟਪਦੀਆਂ ਅਤੇ ਛੰਦਾਂ ਵਿੱਚ ਮਿਲਦੀ ਹੈ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਜੋ ਗੁਰਬਾਣੀ ਹੈ ਉਹ 30 ਰਾਗਾਂ ਵਿੱਚ ਮੌਜੂਦ ਹੈ, ਔਰ ਲਗਭਗ 638 ਦੇ ਸ਼ਬਦ ਹਨ। ਅਤੇ ਗੁਰੂ ਸਾਹਿਬਾਂ ਨੇ ਇਸ ਗੁਰਬਾਣੀ ਦੇ ਵਿੱਚ ਗੁਰਸਿੱਖ ਦਾ ਨੇਮ ਵੀ ਦੱਸਿਆ ਹੈ, ਰੋਜ਼ ਕਿਹੜੇ ਕਿਹੜੇ ਕੰਮ ਕਰਨੇ ਹਨ, ਕਿਵੇਂ ਕਿਵੇਂ ਆਪਣਾ ਜੀਵਨ ਬਤੀਤ ਕਰਨਾ ਹੈ। ਕਿਉਂਕਿ ਇੱਕ ਸ਼ਲੋਕ ਵਿੱਚ ਗੁਰੂ ਸਾਹਿਬਾਂ ਨੇ ਲਿਖਿਆ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠਰ ਨਾਮ ਤੇ ਆਵੈ, ਉਦਮ ਕਰੇ ਪਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੁੜੇ, ਇਸ਼ਨਾਨ ਪਾਨ ਕਰੇ ਅਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ ਆਪਣੀ ਕਿਰਤ ਕਰੇ, ਅਤੇ ਉਸ ਕੀਤੀ ਹੋਈ ਕਿਰਤ ਵਿੱਚੋਂ ਦਾਨ ਜ਼ਰੂਰ ਕਰੇ। ਗੁਰੂ ਸਾਹਿਬਾਂ ਨੇ ਗੁਰੂ ਦੀਆਂ ਸਿੱਖਾਂ ਵਾਸਤੇ ਜੋ ਰਹੁ ਰੀਤਾਂ ਚੱਲਦੀਆਂ ਸਨ, ਉਹਨਾਂ 'ਤੇ ਵੀ ਬਹੁਤ ਗੁਰਬਾਣੀ ਰਚਨਾ ਕੀਤੀ। ਕਿਉਂਕਿ ਇੱਕ ਜਗ੍ਹਾ ਲਿਖਿਆ ਹੈ, ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਕੋਈ ਵੀ ਕੰਮ ਕਰਨਾ ਤਾਂ ਉਸ ਅਕਾਲ ਪੁਰਖ ਪਰਮਾਤਮਾ ਅੱਗੇ ਜ਼ਰੂਰ ਬੇਨਤੀ ਅਤੇ ਅਰਦਾਸ ਕਰੋ। ਕਿਉਂਕਿ ਗੁਰਬਾਣੀ 'ਚ ਲਿਖਿਆ ਗੁਰੂ ਰਾਮਦਾਸ ਜੀ ਨੇ, ਕੀਤਾ ਲੋੜੀਐ ਸੋ ਕੰਮ ਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਕਿ ਗੁਰੂ ਸਾਹਿਬ ਅਰਦਾਸ ਬੇਨਤੀ ਕਰਦੇ ਨੇ, ਕੋਈ ਵੀ ਕੰਮ ਕਰਨ ਲੱਗੇ ਉਸ ਪ੍ਰਭੂ ਪਰਮਾਤਮਾ ਨੂੰ ਜ਼ਰੂਰ ਵਿੱਚ ਭਾਈਵਾਲ ਬਣਾਓ, ਉਸ ਦੀ ਕਿਰਪਾ, ਉਸ ਦੀ ਰਹਿਮਤ ਬਖਸ਼ਿਸ਼ ਹੋਵੇਗੀ ਅਤੇ ਕਾਰਜ ਸੰਪੂਰਨ ਹੋਵੇਗਾ। ਇਸ ਤੋਂ ਇਲਾਵਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ ਲਾਵਾਂ, ਘੋੜੀਆਂ, ਛੰਦ ਅਤੇ ਹੋਰ ਬਹੁਤ ਰਚਨਾਵਾਂ ਕੀਤੀਆਂ, ਜਿਸ ਦੇ ਵਿੱਚ ਗੁਰੂ ਸਾਹਿਬਾਂ ਨੇ ਇਹ ਦੱਸਿਆ ਕਿ ਅਸੀਂ ਉਸ ਪ੍ਰਭੂ ਪਰਮਾਤਮਾ ਨੂੰ ਸੱਚੀ ਲਗਨ, ਪ੍ਰੇਮ, ਸ਼ਰਧਾ ਅਤੇ ਭਗਤੀ ਭਾਵ ਨਾਲ ਹੀ ਪਾ ਸਕਦੇ ਹਾਂ। ਸਾਨੂੰ ਵੀ ਸੱਚੀ ਸ਼ਰਧਾ, ਪ੍ਰੇਮ, ਭਗਤੀ ਭਾਵਨਾ ਮਨ ਵਿੱਚ ਰੱਖਣੀ ਚਾਹੀਦੀ ਹੈ। ਇਸ ਤੋਂ ਅੱਗੇ ਸਾਧ ਸੰਗਤ ਜੀ ਇੱਕ ਹੋਰ ਵੱਡਾ ਸਵਾਲ ਆਉਂਦਾ ਹੈ। ਵੱਡਾ ਸਵਾਲ ਇਹ ਹੈ ਕਿ ਕੁਝ ਧਰਮ ਸੁਧਾਰਵਾਦੀ ਹੁੰਦੇ ਆ ਅਤੇ ਕੁਝ ਧਰਮ ਸੰਭਾਲਵਾਦੀ ਹੁੰਦੇ ਆ। ਸੁਧਾਰਵਾਦੀ ਕਈ ਵਾਰ ਸੁਧਾਰ ਕਰਦਿਆਂ ਕਰਦਿਆਂ ਇਸ ਤਰੀਕੇ ਵੱਲ ਵੱਧ ਜਾਂਦੇ ਆ ਕਿ ਮੰਨ ਲਓ ਉਹਦੇ ਵਿੱਚੋਂ ਧਰਮ ਤੋਂ ਬਹੁਤ ਕੁਛ ਅੱਡਰਾ ਪਾਣਾ ਜਿਹੜਾ ਉਹ ਹੋ ਜਾਂਦਾ ਹੈ, ਧਰਮ ਤੋਂ ਬਗਾਵਤ ਵੱਧ ਜਾਂਦੀ ਹੈ। ਇਹ ਆਮ ਹੀ ਮਿਲਦਾ ਹੈ। ਔਰ ਕਿਹਾ ਜਾਂਦਾ ਹੈ ਕਿ ਜੇ ਕਿਸੇ ਇਮਾਰਤ ਦੇ ਵਿੱਚੋਂ ਇੱਕ ਇੱਟ ਨਿਕਲ ਜਾਵੇ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਇੱਕ ਹੀ ਇੱਟ ਨਿਕਲੀ ਹੈ ਜੀ। ਇਹਦਾ ਮਤਲਬ ਇਹ ਹੈ ਕਿ ਇੱਕ ਇੱਟ ਦੇ ਨਾਲ ਤੇ ਸ਼ੁਰੂਆਤ ਹੋਈ ਹੈ, ਪਰ ਫਿਰ ਬਾਕੀ ਦੀਆਂ ਇੱਟਾਂ ਧੀਰੇ ਧੀਰੇ ਹੋਰ ਵੀ ਨਿਕਲਦੀਆਂ ਜਾਣਗੀਆਂ। ਅੱਜ ਇਹ ਬੜੀ ਵੱਡੀ ਮੁਸ਼ਕਲ ਪੈਦਾ ਹੋਈ ਹੈ। ਜੇਕਰ ਮੈਂ ਅੱਜ ਦੇ ਇਸ ਸੰਦਰਭ ਦੇ ਵਿੱਚ ਗੱਲ ਕਰਨੀ ਆ, ਅੱਜ ਮੁਸ਼ਕਲ ਇਹ ਹੈ ਕਿ ਸਿੱਖ ਧਰਮ ਤੋਂ ਅਲੱਗ ਹੋਣ ਵਾਲਿਆਂ ਦਾ, ਜਿਹੜੇ ਬਗਾਵਤ ਕਰ ਗਏ, ਸਿੱਖ ਧਰਮ ਤੋਂ ਦੂਰ ਚਲੇ ਗਏ, ਜਾਂ
ਅਕਾਲ ਤਖਤ ਵੱਲੋਂ ਛੇਕ ਦਿੱਤੇ ਗਏ, ਕੁਝ ਇਸ ਤਰ੍ਹਾਂ ਦਾ ਜੋ ਵੀ ਹੋਇਆ, ਉਹਨਾਂ ਦੀ ਤਾਦਾਦ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਜਿਹਨੂੰ ਅਸੀਂ ਕਹੀਏ ਕਿ ਸੁਧਾਰ ਦੇ ਨਾਮ 'ਤੇ ਬਹੁਤ ਸਾਰੇ ਸਿੱਖ ਧਰਮ ਤੋਂ ਦੂਰ ਹੋ ਗਏ ਜਾਂ ਕਰ ਦਿੱਤੇ ਗਏ। ਪਰ ਇਹਦੇ ਵਿੱਚ ਇੱਕ ਐਗਜ਼ੈਂਪਲ ਸਾਨੂੰ ਮਿਲਦੀ ਹੈ ਬਾਬਾ ਸ਼੍ਰੀ ਚੰਦ ਜੀ ਦੀ, ਜੋ ਕਿਸੇ ਸਮੇਂ ਸਿੱਖੀ ਤੋਂ ਦੂਰ ਹੋਏ ਸੀ, ਪਰ ਫਿਰ ਉਹ ਗੁਰਮਤਿ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ 'ਚ ਆਏ। ਉਹ ਸਾਰਾ ਵਾਕਿਆ ਜੋ ਅੱਜ ਦੇ ਸਮੇਂ ਲਈ ਵੀ ਢੁਕਵਾਂ ਲੱਗਦਾ ਹੈ, ਕਿਸ ਤਰ੍ਹਾਂ ਲਓ ਜੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਵੱਡੇ ਬੇਟੇ ਹੋਏ ਹਨ ਬਾਬਾ ਸ਼੍ਰੀ ਚੰਦ ਜੀ, ਜਿਨ੍ਹਾਂ ਨੇ ਉਦਾਸੀ ਮਤ ਚਲਾਇਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਭਾਈ ਲਹਿਣਾ ਜੀ ਨੂੰ ਦੇ ਦਿੱਤੀ, ਤੇ ਬਾਬਾ ਸ਼੍ਰੀ ਚੰਦ ਜੀ ਉਦਾਸ ਹੋ ਕੇ ਉਦਾਸੀ ਪਰੰਪਰਾ ਦੇ ਨਾਲ ਜੁੜ ਗਏ ਜੀ। ਤੇ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ, ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਮਤ ਜੋ ਚਲਾ ਰਹੇ ਸਨ, ਆਪਣੇ ਚੇਲਿਆਂ ਦੇ ਵਿੱਚ ਬੈਠ ਕੇ ਇੱਕ ਦਿਨ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ 'ਤੇ ਜੋ ਇਸ ਵੇਲੇ ਬਿਰਾਜਮਾਨ ਹਨ, ਉਹ ਬਹੁਤ ਹੀ ਭਗਤੀ ਭਾਵ ਵਾਲੇ, ਨਿਮਰਤਾ ਵਾਲੇ ਹਨ। ਅਤੇ ਕਿਸੇ ਚੇਲੇ ਨੇ ਉਹਨਾਂ ਨੇ ਇਹ ਗੱਲ ਕੀਤੀ ਕਿ ਕਿਉਂ ਨਾ ਜੀ ਉਹਨਾਂ ਦੇ ਜਾ ਕੇ ਦਰਸ਼ਨ ਕੀਤੇ ਜਾਣ। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ, ਵਾਕਈ ਹੀ ਬਿਲਕੁਲ ਗੱਲ ਸਹੀ ਕੀਤੀ ਹੈ, ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਦੇਖੀਏ ਕਿ ਜੋ ਸਾਡੇ ਪਿਤਾ ਗੁਰੂ ਨੇ ਜੋ ਸਿਧਾਂਤ, ਜੋ ਨਿਮਰਤਾ, ਜੋ ਗਰੀਬੀ ਧਾਰਨ ਕੀਤੀ ਸੀ, ਕਿ ਇਸ ਵਕਤ ਜੋ ਗੁਰਗੱਦੀ 'ਤੇ ਬੈਠੇ ਹਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ, ਕੀ ਉਹਨਾਂ ਵਿੱਚ ਵੀ ਉਹ ਗੁਣ ਹੈਗੇ ਹਨ। ਅਤੇ ਉਹਨਾਂ ਨੇ, ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਰਾਮਦਾਸ ਜੀ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ। ਕੁਝ ਚੇਲਿਆਂ ਦੇ ਨਾਲ ਰਾਮਦਾਸਪੁਰ ਸਾਹਿਬ ਪਹੁੰਚਦੇ ਹਨ, ਜਿਸ ਨੂੰ ਅੱਜ ਅਸੀਂ ਅੰਮ੍ਰਿਤਸਰ ਸਾਹਿਬ ਬੋਲਦੇ ਹਾਂ। ਅਤੇ ਮਨ ਵਿੱਚ ਉਹ ਸ਼ੰਕਾ, ਉਹ ਸਵਾਲ ਲੈ ਕੇ ਆਏ ਕਿ ਜੋ ਸਾਡੇ ਪਿਤਾ ਗੁਰੂ ਸਨ, ਕੀ ਉਹਨਾਂ ਵਰਗਾ ਹੀ ਗੁਣ, ਉਹਨਾਂ ਵਰਗੇ ਹੀ ਸਿਧਾਂਤ ਅੱਜ ਦੇ ਗੁਰੂ ਵਿੱਚ ਹਨ। ਜਦੋਂ ਜਾ ਕੇ ਗੁਰੂ ਰਾਮਦਾਸ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਮਿਲਦੇ ਹਨ, ਅਤੇ ਗੁਰੂ ਰਾਮਦਾਸ ਜੀ ਨੇ ਬਹੁਤ ਤਨ ਮਨ ਧਨ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦਾ ਸਤਿਕਾਰ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵਡੇਰਿਆਂ ਦਾ ਪੁੱਤਰ ਹੈ ਔਰ ਸਤਿਕਾਰਯੋਗ ਹਨ। ਵੈਸੇ ਵੀ ਗੁਰੂ ਰਾਮਦਾਸ ਜੀ ਵਿੱਚ ਅਤ ਦੀ ਨਿਮਰਤਾ ਸੀ ਜੀ। ਇੱਥੇ ਮੈਂ ਗੱਲ ਨੂੰ ਪੂਰਾ ਕਰਦੇ ਹਾਂ ਕਿ ਜਦੋਂ ਗੁਰੂ ਰਾਮਦਾਸ ਜੀ ਕੋਲ ਬਾਬਾ ਸ਼੍ਰੀ ਚੰਦ ਜੀ ਪਹੁੰਚਦੇ ਹਨ, ਅਤੇ ਬਹੁਤ ਅਦਬ ਅਤੇ ਸਤਿਕਾਰ ਦਿੱਤਾ ਜਾਂਦਾ ਹੈ, ਖਾਸ ਸਥਾਨ 'ਤੇ ਬਿਠਾਇਆ ਜਾਂਦਾ, ਖਾਸ ਪ੍ਰਬੰਧ ਬਾਬਾ ਸ਼੍ਰੀ ਚੰਦ ਜੀ ਵਾਸਤੇ ਕੀਤੇ ਜਾਂਦੇ ਹਨ। ਬਾਬਾ ਸ਼੍ਰੀ ਚੰਦ ਜੀ ਨੇ ਇਹ ਸਭ ਪ੍ਰਬੰਧ ਦੇਖ ਕੇ ਬੜੇ ਖੁਸ਼ ਹੋਏ, ਅਤੇ ਉਹਨਾਂ ਨੇ ਇੱਕ ਪ੍ਰੀਖਿਆ ਲਈ ਉਸ ਵਕਤ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ, ਕਿਉਂਕਿ ਗੁਰੂ ਰਾਮਦਾਸ ਜੀ ਜੋ ਸਨ, ਜੋ ਸੋਢੀ ਸੁਲਤਾਨ ਸਨ, ਮੇਰੇ ਜੋ ਪਾਤਸ਼ਾਹ ਸਨ, ਉਹਨਾਂ ਦਾ ਦਾੜਾ ਜਿਹੜਾ ਸੀ ਉਹ ਬਹੁਤ ਲੰਬਾ ਸੀ। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਸਵਾਲ ਕੀਤਾ ਕਿ ਗੁਰੂ ਰਾਮਦਾਸ ਜੀ, ਤੁਸੀਂ ਤਾਂ ਗੁਰਗੱਦੀ ਦੇ ਮਾਲਕ ਹੋ, ਸਭ ਕਰਨ ਕਰਾਵਨਹਾਰ ਹੋ, ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਇਹ ਦਾੜਾ ਕਿਉਂ ਇਤਨਾ ਲੰਬਾ ਵਧਾਇਆ ਹੋਇਆ ਹੈ। ਅਤੇ ਗੁਰੂ ਰਾਮਦਾਸ ਜੀ ਨੇ ਉਸੇ ਵਕਤ ਬਿਨਾਂ ਝਿਜਕੇ ਬਾਬਾ ਸ਼੍ਰੀ ਚੰਦ ਜੀ ਨੂੰ ਹੱਥ ਜੋੜ ਕੇ ਇਹ ਜਵਾਬ ਦਿੱਤਾ ਕਿ ਆਪ ਜੈਸੇ ਮਹਾਂਪੁਰਸ਼ਾਂ ਅਤੇ ਭਗਤਾਂ ਦੇ ਚਰਨ ਝਾੜਨ ਵਾਸਤੇ ਇਹ ਦਾੜਾ ਵਧਾਇਆ ਹੋਇਆ ਹੈ। ਇਹ ਸਿਰਫ ਜਵਾਬ ਹੀ ਨਹੀਂ ਦਿੱਤਾ ਗੁਰੂ ਰਾਮਦਾਸ ਜੀ ਨੇ, ਗੁਰੂ ਰਾਮਦਾਸ ਜੀ ਉੱਠ ਕੇ ਆਪਣੇ ਦਾੜੇ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ। ਬਾਬਾ ਸ਼੍ਰੀ ਚੰਦ ਜੀ ਨੇ ਅੱਗੋਂ ਰੋਕਿਆ ਅਤੇ ਬਹੁਤ ਖੁਸ਼ ਹੋਏ, ਔਰ ਉਹਨਾਂ ਨੇ ਖੁਸ਼ ਹੋ ਕੇ ਇਹ ਕਿਹਾ ਕਿ ਧੰਨ ਹੋ ਤੁਸੀਂ, ਧੰਨ ਹੋ ਤੁਸੀਂ, ਧੰਨ ਹੋ ਤੁਸੀਂ। ਜੋ ਮਨ ਵਿੱਚ ਮੈਂ ਆਪਣੇ ਗੁਰੂ ਪਿਤਾ ਬਾਰੇ ਇਹ ਸੋਚਦਾ ਸੀ ਕਿ ਪਤਾ ਨਹੀਂ ਉਹਨਾਂ ਵਰਗੇ ਗੁਣ ਜੋ ਅੱਜ ਗੁਰੂ ਗੱਦੀ 'ਤੇ ਬੈਠੇ ਹਨ, ਬਿਰਾਜਮਾਨ ਹਨ, ਉਹਨਾਂ ਵਿੱਚ ਹਨ ਕਿ ਨਹੀਂ, ਇਹ ਮੈਂ ਦੇਖ ਲਿਆ ਹੈ। ਉਸ ਤਰ੍ਹਾਂ ਦੇ ਹੀ ਨਿਮਰਤਾ ਦੇ ਗੁਣ, ਉਸ ਤਰ੍ਹਾਂ ਹੀ ਗਰੀਬੀ ਦੇ ਗੁਣ, ਉਸ ਤਰ੍ਹਾਂ ਹੀ ਭਗਤੀ ਭਾਵ, ਅਤੇ ਉਸ ਤਰ੍ਹਾਂ ਹੀ ਪਿਆਰ, ਸਤਿਕਾਰ ਅਤੇ ਸਿੱਖੀ ਸਿਧਾਂਤ ਤੁਹਾਡੇ ਵਿੱਚ ਹਨ। ਵਾਕਈ ਤੁਸੀਂ ਕਾਬਲ ਹੋ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ, ਧੰਨ ਹੋ ਤੁਸੀਂ, ਧੰਨ ਹੋ ਆਪ ਜੀ ਦੀ ਸਿੱਖੀ, ਅਤੇ ਮੈਂ ਆਪ ਤੋਂ ਕੁਰਬਾਨ ਜਾਂਦਾ ਹਾਂ। ਉਸ ਵਕਤ ਬਾਬਾ ਸ਼੍ਰੀ ਚੰਦ ਜੀ ਉੱਥੋਂ ਖੁਸ਼ ਹੋ ਕੇ ਗਏ, ਅਤੇ ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਸਤਿਕਾਰ ਵਾਸਤੇ 500 ਰੁਪਏ ਅਤੇ ਇੱਕ ਘੋੜਾ ਵੀ ਦਾਨ ਵਿੱਚ ਦਿੱਤਾ। ਸੋ ਇੱਥੋਂ ਸਾਨੂੰ ਗੁਰੂ ਰਾਮਦਾਸ ਜੀ ਦੀ ਨਿਮਰਤਾ, ਗਰੀਬੀ ਅਤੇ ਸਿੱਖੀ ਸਿਧਾਂਤਾਂ ਦਾ ਪਤਾ ਚੱਲਦਾ ਹੈ ਜੀ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ।
ਔਰ ਇਸ ਤੋਂ ਪਤਾ ਚੱਲਦਾ ਹੈ ਕਿ ਗੁਰੂ ਸਾਹਿਬਾਨ ਸਨ ਜੋ ਉਹ ਉਹਨਾਂ ਅੰਦਰ ਨਿਮਰਤਾ ਕਿੰਨੀ ਸੀ, ਔਰ ਨਿਮਰਤਾ ਅਤੇ ਪਿਆਰ ਜਿੱਥੇ ਵੱਸਦਾ ਹੈ ਉਸੇ ਹੀ ਜਗ੍ਹਾ 'ਤੇ ਤਰੱਕੀ ਅਤੇ ਵਿਕਾਸ ਹੁੰਦਾ ਹੈ, ਔਰ ਉਸੇ ਹੀ ਜਗ੍ਹਾ 'ਤੇ ਜ਼ਿੰਦਗੀ ਦੇ ਵਿੱਚ ਸੁਖੀ ਰਿਹਾ ਜਾ ਸਕਦਾ ਹੈ, ਕਿਉਂਕਿ ਗੁਰੂ ਸਾਹਿਬ ਇਹੀ ਕਹਿੰਦੇ ਨੇ। ਹੁਣ ਇਸ ਤੋਂ ਆਪਾਂ ਅਗਲੇ ਸਵਾਲ ਵੱਲ ਆਉਂਦੇ ਹਾਂ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਗੁਰਗੱਦੀ ਹੈ ਜਿਹੜੀ ਇਹ ਕਦੋਂ ਤੇ ਕਿਸ ਨੂੰ ਅੱਗੇ ਜਿਹੜੀ ਹੈ ਉਹ ਸੌਂਪੀ ਸੀ, ਉਸ ਵੇਲੇ ਦਾ ਜਿਹੜਾ ਸਾਰਾ ਇਤਿਹਾਸ ਹੈ ਉਹ ਸੰਗਤ ਨਾਲ ਸਾਂਝਾ ਕਰ। ਜੀ ਬਿਲਕੁਲ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਦੇ 3 ਪੁੱਤਰ ਸਨ। ਸਭ ਤੋਂ ਵੱਡੇ ਪੁੱਤਰ ਪ੍ਰਿਥੀ ਚੰਦ ਜੀ, ਜਿਨ੍ਹਾਂ ਦਾ ਸੁਭਾਅ ਚਤੁਰ, ਚਲਾਕ, ਹੰਕਾਰੀ ਤੇ ਲੋਭੀ ਸੀ ਜੀ। ਉਹ ਇਹ ਚਾਹੁੰਦੇ ਸਨ ਕਿ ਗੁਰਗੱਦੀ 'ਤੇ ਮੇਰਾ ਹੱਕ ਹੈ ਕਿਉਂਕਿ ਮੈਂ ਵੱਡਾ ਪੁੱਤਰ ਹਾਂ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਗੁਰਬਾਣੀ 'ਚ ਲਿਖਿਆ ਹੈ, ਤਖਤ ਰਾਜਾ ਸੋ ਬਹੈ ਜੇ ਤਖਤੈ ਲਾਇਕ ਹੋਈ। ਕਹਿਣ ਦਾ ਭਾਵ ਕਿ ਜਿਹੜਾ ਤਖਤ ਦੇ ਲਾਇਕ ਹੈ, ਗੁਰਗੱਦੀ ਦੇ ਲਾਇਕ ਹੈ, ਉਹੀ ਗੁਰਗੱਦੀ 'ਤੇ ਬੈਠਦਾ ਹੈ। ਜਿਵੇਂ ਗੁਰੂ ਰਾਮਦਾਸ ਜੀ ਗੁਰਗੱਦੀ 'ਤੇ ਬੈਠੇ, ਗੁਰੂ ਅਮਰਦਾਸ ਜੀ ਤੋਂ ਗੁਰਗੱਦੀ ਪ੍ਰਾਪਤ ਕੀਤੀ, ਉਸ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਇਹ ਦੇਖਣਾ ਚਾਹੁੰਦੇ ਸਨ ਕਿ ਗੁਰਗੱਦੀ ਦੇ ਲਾਇਕ ਕੌਣ ਹੈ। ਅਤੇ ਜੋ ਦੂਸਰੇ ਪੁੱਤਰ ਸਨ ਬਾਬਾ ਮਹਾਦੇਵ ਜੀ, ਜਿਨ੍ਹਾਂ ਨੂੰ ਕਿਹਾ ਜਾਂਦਾ ਮਸਤ ਅਤੇ ਸਾਧੂ ਸੁਭਾਅ ਦੇ ਮਾਲਕ ਸਨ ਜੀ। ਤੀਸਰੇ ਪੁੱਤਰ ਅਰਜੁਨ ਦੇਵ ਜੀ, ਜੋ ਨਿਮਰ, ਸ਼ਾਂਤ, ਸੰਤ ਸਰੂਪ, ਭਗਤੀ ਭਾਵ ਅਤੇ ਪ੍ਰੇਮਾ ਭਗਤੀ ਵਾਲੇ ਸਨ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਆਪਣੇ ਪਿਤਾ ਜੀ ਦੇ, ਗੁਰੂ ਪਿਤਾ ਦੇ ਹੁਕਮ ਅਤੇ ਰਜ਼ਾ ਵਿੱਚ ਰਹਿੰਦੇ ਸਨ। ਔਰ ਇਸ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਅਜੋਕੇ ਸਮੇਂ ਦੇ ਬੱਚਿਆਂ ਨੂੰ ਵੀ ਆਪਣੇ ਮਾਂ-ਬਾਪ, ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ, ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਹੈ। ਤਾਂ ਗੁਰੂ ਅਰਜਨ ਦੇਵ ਜੀ ਰਜ਼ਾ ਅਤੇ ਹੁਕਮ 'ਚ ਰਹਿੰਦੇ ਸਨ। ਜਦੋਂ ਗੁਰਗੱਦੀ ਅੱਗੇ ਦੇਣ ਦਾ ਸਮਾਂ ਆਇਆ ਅਤੇ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰਾਂ ਅਤੇ ਗੁਰਸਿੱਖਾਂ ਦੀ ਪ੍ਰੀਖਿਆਵਾਂ ਕੀਤੀਆਂ। ਇੱਕ ਘਟਨਾ ਇਤਿਹਾਸ 'ਚ ਇਹ ਘਟਦੀ ਹੈ ਕਿ ਗੁਰੂ ਰਾਮਦਾਸ ਜੀ ਜੋ ਸਨ, ਉਹਨਾਂ ਦੇ ਰਿਸ਼ਤੇਦਾਰੀ ਵਿੱਚ ਜੋ ਲਾਹੌਰ 'ਚ ਸਿਹਾਰੀ ਮਲ ਰਹਿੰਦਾ ਸੀ, ਉਸ ਦੇ ਪੁੱਤਰ ਦਾ ਵਿਆਹ ਸੀ, ਗੁਰੂ ਰਾਮਦਾਸ ਜੀ ਦੇ ਭਤੀਜੇ ਦਾ। ਉਹਨਾਂ ਵੱਲੋਂ ਇੱਕ ਸੱਦਾ ਗੁਰੂ ਰਾਮਦਾਸ ਜੀ ਨੂੰ ਆਇਆ ਕਿ ਤੁਸੀਂ ਆ ਕੇ ਲਾਹੌਰ ਵਿੱਚ ਦਰਸ਼ਨ ਦਿਓ। ਗੁਰੂ ਰਾਮਦਾਸ ਜੀ ਨੇ ਇਹ ਕਿਹਾ ਕਿ ਅਸੀਂ ਕੁਝ ਕਾਰਨਾਂ ਕਰਕੇ ਨਹੀਂ ਆ ਸਕਦੇ, ਪਰ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਭੇਜਾਂਗੇ। ਸਭ ਤੋਂ ਪਹਿਲਾਂ ਪ੍ਰਿਥੀ ਚੰਦ ਨੂੰ ਪੁੱਛਿਆ ਗੁਰੂ ਰਾਮਦਾਸ ਜੀ ਨੇ, ਉਹਨਾਂ ਨੇ ਮਨਾ ਕਰ ਦਿੱਤਾ। ਮਹਾਦੇਵ ਜੀ ਤੋਂ ਪੁੱਛਿਆ, ਉਹਨਾਂ ਨੇ ਵੀ ਮਨਾ ਕਰਤਾ। ਗੁਰੂ ਅਰਜਨ ਦੇਵ ਜੀ ਨੂੰ ਜਦੋਂ ਕਿਹਾ ਕਿ ਆਪ ਜੀ ਲਾਹੌਰ ਜਾਓਗੇ ਵਿਆਹ ਦੇ ਵਿੱਚ ਸ਼ਿਰਕਤ ਕਰਨ ਵਾਸਤੇ, ਅਤੇ ਗੁਰੂ ਅਰਜਨ ਦੇਵ ਜੀ ਨੇ ਹੱਥ ਜੋੜ ਕੇ 7 ਵਚਨ ਕਿਹਾ, ਅਤੇ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਲਾਹੌਰ ਵਿਆਹ ਜਾਣ ਲਈ ਤੁਸੀਂ ਤਿਆਰੀਆਂ ਕਰੋ। ਜਦੋਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਤੋਂ ਆਗਿਆ ਲੈ ਕੇ ਲਾਹੌਰ ਗਏ, ਜਾਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਇਹ ਕਿਹਾ ਸੀ ਕਿ ਜਦੋਂ ਅਸੀਂ ਬੁਲਾਵਾਂਗੇ ਤਾਂ ਫਿਰ ਤੁਸੀਂ ਆਉਣਾ ਹੈ। ਗੁਰੂ ਅਰਜਨ ਦੇਵ ਜੀ ਕੁਝ ਸਿੱਖਾਂ ਦੇ ਨਾਲ ਲਾਹੌਰ ਪਹੁੰਚਦੇ ਹਨ। ਵਿਆਹ ਦੇ ਸਾਰੇ ਕਾਰਜ, ਰਸਮਾਂ ਸਾਰੀਆਂ ਨਿਭਾ ਕੇ ਕਾਫੀ ਦੇਰ ਇੰਤਜ਼ਾਰ ਕਰਦੇ ਹਨ। ਜਦੋਂ ਇੰਤਜ਼ਾਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਉਹਨਾਂ ਨੇ ਇੱਕ ਚਿੱਠੀ ਇੱਕ ਸਿੱਖ ਰਾਹੀਂ ਭੇਜੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਨੂੰ। ਚਿੱਠੀ ਸ਼ਬਦ ਹਜ਼ਾਰੇ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ। ਚਿੱਠੀ ਦਾ ਪਹਿਲਾ ਜੋ ਸ਼ਬਦ ਸੀ ਉਹ ਸੀ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਉਹ ਚਿੱਠੀ ਲੈ ਕੇ ਸਿੱਖ ਜਦੋਂ ਗੁਰੂ ਰਾਮਦਾਸ ਜੀ ਕੋਲ ਪਹੁੰਚਿਆ ਅਤੇ ਉਹ ਚਿੱਠੀ ਪ੍ਰਿਥੀ ਚੰਦ ਨੇ ਲੈ ਲਈ। 20-25 ਦਿਨ ਜਦੋਂ ਕੋਈ ਜਵਾਬ ਗੁਰੂ ਅਰਜਨ ਦੇਵ ਜੀ ਨੂੰ ਨਾ ਮਿਲਿਆ, ਗੁਰੂ ਅਰਜਨ ਦੇਵ ਜੀ ਨੇ ਦੂਸਰੀ ਚਿੱਠੀ ਲਿਖੀ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ। ਉਹ ਚਿੱਠੀ ਵੀ ਸਿੱਖ ਰਾਹੀਂ ਭੇਜੀ। ਪ੍ਰਿਥੀ ਚੰਦ ਨੇ ਆਪਣੇ ਕੋਲ ਰੱਖ ਲਈ, ਪਿਤਾ ਗੁਰੂ ਰਾਮਦਾਸ ਜੀ ਨੂੰ ਨਾ ਦਿੱਤੀ। ਤੀਸਰੀ ਚਿੱਠੀ ਖਾਸ ਤੌਰ 'ਤੇ ਗੁਰੂ ਅਰਜਨ ਦੇਵ ਜੀ ਨੇ ਸਿੱਖ ਰਾਹੀਂ ਗੁਰੂ ਰਾਮਦਾਸ ਜੀ ਨੂੰ ਦੇਣ ਲਈ ਕਿਹਾ। ਔਰ ਉਹ ਚਿੱਠੀ ਸੀਗੀ, ਉਹ ਸ਼ਬਦ ਸੀ, ਉਹ ਪੌੜੀ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ। ਇਹ ਸ਼ਬਦ ਚਿੱਠੀ ਦੇਖ ਕੇ ਜਦੋਂ ਉੱਪਰ ਨੰਬਰ 3 ਦੇਖਿਆ ਤਾਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਪਤਾ ਚੱਲ ਗਿਆ ਕਿ ਪਹਿਲੀਆਂ 2 ਚਿੱਠੀਆਂ ਵੀ ਆਈਆਂ ਹਨ, ਸਾਡੇ ਤੱਕ ਨਹੀਂ ਪਹੁੰਚੀਆਂ। ਉਸੇ ਵਕਤ ਗੁਰੂ ਰਾਮਦਾਸ ਜੀ ਨੂੰ ਉਸ ਚਿੱਠੀ ਦੇ ਸ਼ਬਦ ਤੋਂ ਪੜ੍ਹ ਕੇ ਗੁਰੂ ਅਰਜਨ ਦੇਵ ਜੀ ਦੀ ਜੋ ਤੜਪ ਸੀ, ਜੋ ਬਿਰਹਾ ਸੀ, ਜੋ ਪਿਆਰ ਸੀ, ਉਹ ਪਤਾ ਚੱਲਿਆ। ਅਤੇ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਇੱਕ ਮੁਖੀ ਗੁਰੀਆ ਸਿੱਖ ਦੇ ਨਾਲ ਭੇਜਿਆ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਬੁਲਾਇਆ। ਜਦੋਂ ਗੁਰੂ ਅਰਜਨ ਦੇਵ ਜੀ ਸਾਲ ਸਵਾ ਸਾਲ ਬਾਅਦ ਪਹੁੰਚਦੇ ਹਨ
ਅਤੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਵਿਯੋਗ ਦੇ ਵਿੱਚ ਉਹਨਾਂ ਦੇ ਚਰਨ ਧੋ ਦਿੰਦੇ ਹਨ। ਉਸ ਵਕਤ ਗੁਰੂ ਅਰਜਨ ਦੇਵ ਜੀ ਦੇ ਬਾਰੇ ਗੁਰੂ ਰਾਮਦਾਸ ਜੀ ਨੂੰ ਪਤਾ ਚੱਲ ਜਾਂਦਾ ਹੈ ਕਿ ਅਗਲੇ ਜੋ ਗੁਰੂ ਬਣਨਗੇ ਉਹ ਗੁਰੂ ਅਰਜਨ ਦੇਵ ਜੀ ਹੀ ਬਣਨਗੇ। ਸੋ ਅਗਲੇ ਦਿਨ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਦਿੱਤੀ। ਹਾਲਾਂਕਿ ਪ੍ਰਿਥੀ ਚੰਦ ਨੇ ਬਹੁਤ ਵਿਰੋਧਤਾ ਕੀਤੀ, ਪਰ ਗੁਰੂ ਜੀ ਨੇ ਇਹ ਕਿਹਾ ਕਿ ਜੋ ਤਖਤੇ ਕੇ ਲਾਇਕ ਹੈ ਉਹੀ ਗੁਰਗੱਦੀ 'ਤੇ ਬੈਠਣਗੇ। ਅਤੇ ਜੋਤੀ ਜੋਤ ਗੁਰੂ ਰਾਮਦਾਸ ਜੀ ਉਹ 1 ਸਤੰਬਰ 1581 ਨੂੰ ਗੋਇੰਦਵਾਲ ਸਾਹਿਬ ਵਿਖੇ ਆਪ ਸਮਾਉਂਦੇ ਹਨ ਜੀ। ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਦੇ ਕੇ ਸਤਿਗੁਰੂ ਜੀ ਜੋਤੀ ਜੋਤ ਸਮਾ ਜਾਂਦੇ ਹੈ, ਪਰੰਤੂ ਸਤਿਗੁਰਾਂ ਦੀਆਂ ਸਿੱਖਿਆਵਾਂ ਸਦਾ ਹੀ ਸਾਡੇ ਨਾਲ ਹੈ। ਉਹਨਾਂ ਸਿੱਖਿਆਵਾਂ ਨੇ ਹੀ ਸਾਨੂੰ ਜਿਹੜਾ ਹੈ ਉਹ ਪਾਰ ਲੰਘਾਉਣਾ ਹੈ। ਜਿਸ ਨੇ ਗੁਰੂ ਦੀ ਸਿੱਖਿਆ ਮੰਨ ਲਈ, ਜਿਸ ਨੇ ਗੁਰੂ ਦੇ ਕਹੇ ਦੇ ਉੱਪਰ ਚੱਲਣ ਦਾ ਪਰਨ ਕਰ ਲਿਆ, ਉਸ ਦਾ ਜੀਵਨ ਸਫਲ ਹੋ ਜਾਂਦਾ। ਅਤੇ ਇਸ ਲਈ ਇਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਬਿਨਾਂ ਤੇ ਪ੍ਰੋਗਰਾਮ ਅਧੂਰਾ ਰਹੇਗਾ। ਅਤੇ ਇਸ ਲਈ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ 'ਚੋਂ ਜੋ ਸਾਨੂੰ ਸਿੱਖਿਆਵਾਂ ਮਿਲਦੀਆਂ, ਥੋੜ੍ਹਾ ਸੰਖੇਪ ਦੇ ਵਿੱਚ ਉਹਨਾਂ 'ਤੇ ਵੀ ਰੋਸ਼ਨੀ ਪਾਓ ਜੀ। ਬਿਲਕੁਲ ਜੀ, ਗੁਰਬਾਣੀ ਵਿੱਚ ਲਿਖਿਆ ਹੈ, ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਇੱਕ ਹੋਰ ਗੁਰਬਾਣੀ ਦੀ ਤੁਕ ਪੜ੍ਹਨ ਨੂੰ ਮਿਲਦੀ ਹੈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਗੁਰੂ ਰਾਮਦਾਸ ਜੀ ਨੂੰ ਜਿਹੜੀਆਂ ਵਡਿਆਈਆਂ ਮਿਲੀਆਂ, ਉਹ ਵਡਿਆਈਆਂ ਗੁਰੂ ਰਾਮਦਾਸ ਜੀ ਨੇ ਅੱਗੇ ਸਿੱਖਾਂ ਨੂੰ ਵੰਡੀਆਂ ਹਨ। ਉਹਨਾਂ ਬਖਸ਼ਾਂ, ਉਹਨਾਂ ਵਡਿਆਈਆਂ ਦੇ ਨਾਲ ਹੀ ਇਹ ਸਿੱਖ ਧਰਮ ਅੱਗੇ ਵੱਧਦਾ ਪਿਆ ਹੈ ਅਤੇ ਚੜ੍ਹਦੀ ਕਲਾ 'ਚ ਜਾ ਰਿਹਾ ਹੈ। ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਜੋ ਸਿੱਖਿਆਵਾਂ ਮਿਲਦੀਆਂ ਹਨ ਉਹ ਇਹ ਹੈ ਕਿ ਗੁਰੂ ਰਾਮਦਾਸ ਜੀ ਦਾ ਖੁਦ ਜੀਵਨ ਬੇਸ਼ੁਮਾਰ ਸਮੱਸਿਆਵਾਂ, ਮੁਸ਼ਕਲਾਂ ਅਤੇ ਦਿੱਕਤਾਂ ਦੇ ਵਿੱਚ ਲੰਘਦਾ ਹੈ, ਪਰ ਗੁਰੂ ਸਾਹਿਬਾਂ ਨੇ ਆਪਣਾ ਆਤਮ ਬਲ ਕਦੇ ਘਟਣ ਨਹੀਂ ਦਿੱਤਾ। ਗੁਰੂ ਸਾਹਿਬਾਂ ਦੇ ਜੀਵਨ ਤੋਂ ਸਾਨੂੰ ਆਪਣਾ ਆਤਮ ਬਲ, ਆਤਮ ਵਿਸ਼ਵਾਸ ਕਿੱਦਾਂ ਕਾਇਮ ਰੱਖਣਾ ਹੈ ਉਸ ਦੇ ਬਾਰੇ ਪਤਾ ਚੱਲਦਾ ਹੈ। ਦੂਸਰਾ, ਗੁਰੂ ਦੇ ਹੁਕਮ ਦੇ ਵਿੱਚ ਰਹਿਣਾ, ਉਹਦੀ ਰਜ਼ਾ ਵਿੱਚ ਰਹਿਣਾ, ਉਸ ਪ੍ਰਭੂ ਪਰਮਾਤਮਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਰਜ਼ਾ ਵਿੱਚ ਰਹਿਣਾ, ਇਹ ਵੀ ਗੁਰੂ ਸਾਹਿਬਾਨ ਦੇ ਜੀਵਨ ਤੋਂ ਪਤਾ ਚੱਲਦਾ ਹੈ। ਅਤੇ ਤੀਸਰਾ ਜੋ ਸਿੱਖਿਆ ਸਾਨੂੰ ਮਿਲਦੀ ਹੈ ਕਿ ਗੁਰੂ ਸਾਹਿਬਾਨ ਨੇ ਸਾਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ ਸਿਖਾਇਆ, ਕਿ ਚਾਹੇ ਜੋ ਸਮੱਸਿਆਵਾਂ, ਜੋ ਦਿੱਕਤਾਂ, ਜੋ ਪਰੇਸ਼ਾਨੀਆਂ ਸਾਨੂੰ ਆਉਂਦੀਆਂ ਹਨ, ਪਰ ਹਮੇਸ਼ਾ ਅਸੀਂ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਹੈ। ਗੁਰੂ ਰਾਮਦਾਸ ਜੀ ਦੇ ਜੀਵਨ 'ਤੇ ਬਹੁਤ ਪਿਆਰੀਆਂ ਗੁਰਬਾਣੀ ਦੀਆਂ ਤੁਕਾਂ ਹਨ, ਉਹ ਜ਼ਰੂਰ ਮੈਂ ਆਪ ਸਭ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ, ਕਿਉਂਕਿ ਗੁਰੂ ਸਾਹਿਬਾਂ ਬਾਰੇ ਭੱਟਾਂ ਨੇ ਬਹੁਤ ਕੁਛ ਲਿਖਿਆ ਹੈ ਜੀ। ਔਰ ਭੱਟਾਂ ਨੇ ਇਹ ਵੀ ਲਿਖਿਆ ਹੈ ਕਿ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਸੋ ਆਓ ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੈਠ ਕੇ, ਉਹਨਾਂ ਦੀ ਸ਼ਰਨ ਵਿੱਚ ਬੈਠ ਕੇ ਉਹਨਾਂ ਤੋਂ ਬਖਸ਼ਾਂ ਲਈਏ। ਔਰ ਗੁਰੂ ਰਾਮਦਾਸ ਜੀ ਬਾਰੇ ਗੁਰਬਾਣੀ 'ਚ ਬਹੁਤ ਹੋਰ ਉਦਾਹਰਨਾਂ ਹਨ, ਜਿਵੇਂ ਇੱਕ ਖਾਸ ਉਦਾਹਰਨ ਇਹ ਹੈ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਔਰ ਆਓ ਅਸੀਂ ਸਾਰੇ ਉਸ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਉਪਦੇਸ਼ਾਂ ਨੂੰ ਸੁਣੀਏ, ਵਿਚਾਰੀਏ ਅਤੇ ਉਹਨਾਂ ਦੀ ਰਚੀ ਹੋਈ ਗੁਰਬਾਣੀ ਤੋਂ ਆਪਣੇ ਜੀਵਨ ਨੂੰ ਸੇਧ ਦਈਏ ਅਤੇ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਹੋਰ ਚੜ੍ਹਦੀਆਂ ਕਲਾ ਪ੍ਰਾਪਤ ਕਰੀਏ। ਅਤੇ ਇਹੀ ਆਸ ਹੈ ਕਿ ਆਪ ਜੀ ਨੂੰ ਇਹ ਉਪਦੇਸ਼, ਇਹ ਵਿਚਾਰਾਂ ਹੁਣੇ ਹੀ ਆਪ ਜੀ ਸਰਵਣ ਕਰ ਰਹੇ ਸੀ ਸਰਦਾਰ ਹਰਪ੍ਰੀਤ ਸਿੰਘ ਜੀ, ਪੰਜਾਬੀ ਟੀਚਰ, ਗੁਰੂ ਨਾਨਕ ਦੇਵ ਸੈਂਟਰੀ ਸਕੂਲ ਮਸੂਰੀ ਤੇ ਪਾਸੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਜੀਵਨ ਤੇ ਵਿਚਾਰਾਂ। ਤੇ ਹੁਣ ਕੱਲ ਪੁੱਛੇ ਗਏ ਸਵਾਲ ਦਾ ਠੀਕ ਜਵਾਬ ਹੈ, ਭਾਈ ਉਦੈ ਸਿੰਘ ਜੀ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ ਸੀ। ਇਹ ਠੀਕ ਜਵਾਬ ਸਾਨੂੰ ਸਭ ਤੋਂ ਪਹਿਲਾਂ ਭੇਜਿਆ ਹੈ ਸਹਿਜ ਸਿੰਘ ਨੇ, ਗੋਬਿੰਦ ਨਗਰ ਰੇਸ ਕੋਰਸ, ਦੇਹਰਾਦੂਨ, ਉੱਤਰਾਖੰਡ ਤੋਂ। ਇਹ ਨੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਜੇਤਾ ਅਤੇ ਇਹਨਾਂ ਨੂੰ ਭੇਜਿਆ ਜਾ ਰਿਹਾ ਹੈ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰਸ ਵੱਲੋਂ ਆਕਰਸ਼ਕ ਇਨਾਮ। ਤੇ ਹੁਣ ਅੱਜ ਦਾ ਸਵਾਲ ਹੈ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿੱਥੇ ਜੋਤੀ ਜੋਤ ਸਮਾਏ ਸਨ? ਇਸ ਸਵਾਲ ਦਾ ਸਭ ਤੋਂ ਪਹਿਲਾਂ ਠੀਕ ਜਵਾਬ ਭੇਜਣ ਵਾਲਾ ਦਰਸ਼ਕ ਹੋਵੇਗਾ ਸਾਡੇ ਇਸ ਪ੍ਰੋਗਰਾਮ ਦਾ ਵਿਜੇਤਾ ਅਤੇ ਉਸ ਨੂੰ ਭੇਜਿਆ ਜਾਏਗਾ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰਸ ਵੱਲੋਂ ਆਕਰਸ਼ਕ ਇਨਾਮ।
ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਕੁੰਵਰ ਜਪਿੰਦਰ ਸਿੰਘ ਜੀ, ਸੀਨੀਅਰ ਬੀਜੇਪੀ ਲੀਡਰ ਦੇਹਰਾਦੂਨ, ਅਤੇ ਸਰਦਾਰ ਕਿਰਪਾਲ ਸਿੰਘ ਜੀ, ਅਮਨਕਾਰ ਬਿਊਟੀ, ਹਰਿਦੁਆਰ ਰੋਡ, ਰਿਸ਼ੀਕੇਸ਼, ਉੱਤਰਾਖੰਡ। ਜੇਕਰ ਆਪ ਜੀ ਵੀ ਸਿੱਖ ਇਤਿਹਾਸ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ 88 376 90 192 ਤੇ। ਵੀਰ ਜੀ, ਆਪ ਜੀ ਇਸ ਪ੍ਰੋਗਰਾਮ ਵਿੱਚ ਆਏ, ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ। ਆਸ ਕਰਦੇ ਹਾਂ ਕਿ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪ ਜੀ ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਪਾਉਂਦੇ ਰਹੋਗੇ ਜੀ। ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।